ਧੰਨ ਵਾਹਿਗੁਰੂ ਜੀਓ। ਮਲਾਰ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਰਹਾਉ ਮੈਲੇ ਕਪਰੇ ਕਹਾ ਲੋ ਧੋਵੋ, ਆਵੇਗੀ ਨੀਂਦ ਕਹਾਂ ਲਗ ਸੋਵੋ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਝੂਠੈ ਬਨਜ ਉਠ ਹੀ ਗਈ ਹਟਿਓ। ਕਹੋ ਰਵਿਦਾਸ ਭਇਓ ਜਬ ਲਿਖੋ। ਜੋਈ ਜੋਈ ਕੀਨੋ, ਸੋਈ ਸੋਈ ਦੇਖਿਓ। ਕਹੋ ਰਵਿਦਾਸ ਭਇਓ ਜਬ ਲਿਖੋ। ਜੋਈ ਜੋਈ ਕੀਨੋ, ਸੋਈ ਸੋਈ ਦੇਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਗੁਰੂਦੇਵ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਬੜੇ ਅਦਬ ਸਹਿਤ ਆਪ ਜੀ ਨੇ ਗੁਰਬਾਣੀ ਦੇ ਪਾਠ, ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਯਤਨ ਕੀਤਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਵਿਸ਼ੇਸ਼ ਬਾਣੀਆਂ ਦੀ ਵਿਚਾਰ ਚਰਚਾ ਜੋ ਕਿ ਰੋਜ਼ਾਨਾ ਦੀਵਾਨ ਸੱਜਦੇ ਹਨ, ਉਹਨਾਂ ਵਿੱਚ ਸਤਿਗੁਰੂ ਦੇ ਉਪਦੇਸ਼ਾਂ ਨੂੰ ਵਿਚਾਰਨ ਦੀ ਕੋਸ਼ਿਸ਼ ਤੇ ਯਤਨ ਕੀਤਾ ਜਾਏ। ਕੁਝ ਬਾਣੀਆਂ ਦੀ ਵਿਚਾਰ ਕਰਨ ਉਪਰੰਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਕਥਾ ਵਿਚਾਰ ਰੋਜ਼ਾਨਾ ਦੇ ਦੀਵਾਨਾਂ ਵਿੱਚ ਸੰਪੂਰਨ ਹੋਈ। ਫਿਰ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ 40 ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ-ਵੱਖ 16 ਰਾਗਾਂ ਵਿੱਚ ਦਰਜ ਨੇ, ਉਹਨਾਂ ਨੂੰ ਲੜੀਵਾਰ ਵਿਚਾਰਨਾ ਆਰੰਭ ਕੀਤਾ ਗਿਆ। ਇਹ ਪਾਵਨ ਸ਼ਬਦ ਜਿਹੜਾ ਆਪ ਜੀ ਨੇ ਸ਼ਰਵਣ ਕੀਤਾ ਹੈ 40ਵਾਂ ਪਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1293 ਉੱਪਰ ਰਾਗ ਮਲ੍ਹਾਰ ਦੇ ਵਿੱਚ ਇਹ ਸ਼ਬਦ ਦਰਜ ਹੈ। ਇਸ ਰਾਗ ਦੇ ਵਿੱਚ ਬਾਬਾ ਰਵਿਦਾਸ ਸਾਹਿਬ ਮਹਾਰਾਜ ਦੇ ਕੁੱਲ 3 ਸ਼ਬਦ ਦਰਜ ਨੇ।
ਸਮੁੱਚੀ ਬਾਣੀ ਨੂੰ, ਕਿਸੇ ਮਹਾਂਪੁਰਖ ਦੇ ਸਮੁੱਚੇ ਬੋਲਾਂ ਨੂੰ ਇਕੱਠਿਆਂ ਵਿਚਾਰਨ ਦੇ ਵਿੱਚ ਸਾਨੂੰ ਕੁਝ ਸੌਖਾਂ ਇਹ ਰਹਿੰਦੀਆਂ ਹਨ। ਕਈ ਵਾਰ ਐਸਾ ਹੁੰਦਾ ਹੈ ਕਿ ਕੋਈ ਇੱਕ ਅੱਧ ਪੰਕਤੀ ਲੈ ਕੇ ਕੋਈ ਸਿੱਧ ਕਰਨ ਦਾ ਯਤਨ ਕਰਦਾ ਹੈ ਵੀ ਫਲਾਣੇ ਮਹਾਂਪੁਰਖ ਤਾਂ ਇਸ ਮੱਤ ਨੂੰ ਮੰਨਦੇ ਸਨ, ਉਹਨਾਂ ਦੇ ਇਸ ਗੱਲ ਬਾਰੇ ਇਹੋ ਜਿਹਾ ਖਿਆਲ ਸਨ। ਉਹ ਵੀ ਹੁਣ ਤੁਸੀਂ ਵੇਖੋ ਵੀ ਮੰਨ ਲਓ ਕੋਈ 40 ਸ਼ਬਦਾਂ ਦੇ ਵਿੱਚੋਂ ਕਿਸੇ ਇੱਕ ਸ਼ਬਦ ਦੀ ਅੱਧੀ ਪੰਕਤੀ ਲੈ ਕੇ ਕੋਈ ਆਪਣਾ ਮਤਲਬ ਕੱਢ ਕੇ ਅਰਥ ਕਰਕੇ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕਰੇ। ਬਾਬਾ ਰਵਿਦਾਸ ਸਾਹਿਬ ਜੀ ਦੇ ਪਰਥਾਏ ਤੇ ਬੜੀ ਅਧੂਰੀ ਜਿਹੀ ਤੇ ਬੜੀ ਗੁਸਤਾਖੀ ਜਿਹੀ ਭਰੀ ਗੱਲ ਹੋਏਗੀ। ਮੈਂ ਕਈ ਵਾਰ ਇੱਕ ਉਦਾਹਰਨ ਦਿੰਦਾ ਹੁੰਦਾ ਵੀ ਮਦਰਸੇ ਦੇ ਵਿੱਚ ਮੌਲਵੀ ਸਾਹਿਬ ਪੜ੍ਹਾ ਰਹੇ ਸਨ ਤੇ ਉਹਨਾਂ ਨੇ ਆਪਣੇ ਸਿਖਿਆਰਥੀਆਂ ਨੂੰ, ਤਾਲਿਬੇ ਇਲਮ ਜਿਹੜੇ ਸਨ, ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਅਮਲ ਨਹੀਂ ਕਰਨਾ ਤਾਂ ਨਮਾਜ਼ ਦਾ ਕੀ ਲਾਭ ਹੋਇਆ। ਇਹ ਗੱਲ ਤਾਂ ਆਪਾਂ ਕਾਮਨ ਹੀ ਕਰਦੇ ਹਾਂ ਨਾ ਇੱਕ ਦੂਜੇ ਨਾਲ। ਹੁਣ ਉਹਦੀ ਪਹਿਲੀ ਗੱਲ ਛੱਡ ਕੇ ਤੇ ਜਿੰਨੇ ਵਿਦਿਆਰਥੀ ਤਾਲਿਬੇ ਇਲਮ ਸਨ ਉਹ ਕਹਿੰਦੇ ਘਰ ਜਾ ਕੇ ਵੀ ਮੌਲਵੀ ਸਾਹਿਬ ਕਹਿੰਦੇ ਨੇ ਨਮਾਜ਼ ਦਾ ਕੋਈ ਫਾਇਦਾ ਨਹੀਂ ਹੁੰਦਾ, ਇਹ ਪੜ੍ਹਨੀ ਹੀ ਨਹੀਂ ਚਾਹੀਦੀ। ਸਾਰੇ ਮੁਹੱਲੇ ਵਿੱਚ ਰੌਲਾ ਪੈ ਗਿਆ ਵੀ ਅਸੀਂ ਮੌਲਵੀ ਨਮਾਜ਼ ਸਿਖਾਉਣ ਵਾਸਤੇ ਰੱਖਿਆ ਕਿ ਨਮਾਜ਼ ਤੋਂ ਹਟਾਉਣ ਵਾਸਤੇ ਰੱਖਿਆ। ਜਦੋਂ ਲੋਕ ਸਿਆਣੇ ਹੋ ਕੇ ਇਕੱਠੇ ਹੋ ਕੇ ਆਏ ਤੇ ਉਹਨਾਂ ਆਖਿਆ ਵੀ ਮੌਲਵੀ ਸਾਹਿਬ ਤੁਸੀਂ ਇਹ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ ਮਦਰਸੇ ਵਿੱਚ, ਉਹ ਵੀ ਮਦਰਸੇ 'ਚ ਬਹਿ ਕੇ। ਉਹਨਾਂ ਆਖਿਆ ਜੀ ਕੀ ਹੋਇਆ? ਕਹਿੰਦੇ ਜਿੰਨੇ ਤੁਹਾਡੇ ਕੋਲ ਸਿਖਿਆਰਥੀ ਆਉਂਦੇ ਨੇ ਇਹ ਸਾਰੇ ਜਾ ਕੇ ਆਉਂਦੇ ਨੇ ਵੀ ਮੌਲਵੀ ਸਾਹਿਬ ਨੇ ਆਖਿਆ ਵੀ ਨਮਾਜ਼ ਦਾ ਕੋਈ ਫਾਇਦਾ ਨਹੀਂ ਹੁੰਦਾ, ਇਹਨੂੰ ਪੜ੍ਹਨਾ ਹੀ ਨਹੀਂ ਚਾਹੀਦਾ। ਮੌਲਵੀ ਸਾਹਿਬ ਕਹਿੰਦੇ ਮੈਂ ਤਾਂ ਇਹ ਆਖਿਆ ਵੀ ਜੇ ਅਮਲ ਨਹੀਂ ਕਰਨਾ ਤੇ ਨਮਾਜ਼ ਦਾ ਫਾਇਦਾ ਕੀ ਹੋਇਆ। ਹੁਣ ਤੁਸੀਂ ਵੇਖੋ ਵੀ ਇਹਨਾਂ ਪਹਿਲੋਂ ਤਾਂ ਅੱਧੀ ਗੱਲ ਛੱਡੀ ਤੇ ਜਿਹੜੀ ਅੱਧੀ ਗੱਲ ਛੱਡੀ ਉਹਦੇ ਨਾਲ ਅੱਧੀ ਕੋਲੋਂ ਜੋੜੀ ਤੇ ਮੇਰੀ ਗੱਲ ਦਾ ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ। ਇਹ ਤੇ ਉਵੇਂ ਦੀ ਗੱਲ ਹੋਈ, ਬੰਦਾ ਘਰੋਂ ਤਿਆਰ ਹੋ ਕੇ ਜਾਏ ਤੇ ਮਿੱਟੀ ਘੱਟੇ ਨਾਲ ਭਰੇ ਹੋਏ ਕੱਚੇ ਰਸਤੇ ਦੇ ਉੱਤੇ ਉਹਨੂੰ ਤੁਰਨਾ ਪਏ ਤੇ ਪੈਰਾਂ ਦੀ ਮਿੱਟੀ ਉੱਡ ਉੱਡ ਕੇ ਉਹਦੇ ਸਿਰ 'ਚ ਵੀ ਪੈਂਦੀ ਹੈ, ਕੱਪੜਿਆਂ 'ਤੇ ਵੀ ਪੈਂਦੀ ਹੈ, ਵਾਲਾਂ 'ਚ ਵੀ ਪੈਂਦੀ। ਉਹਦਾ ਹੁਲੀਆ ਜਿੱਥੋਂ ਤੱਕ ਉਹਨੇ ਜਾਣਾ ਹੁੰਦਾ ਉਹ ਅੱਧਾ ਉਂ ਹੀ ਵਿਗੜ ਜਾਂਦਾ, ਉਹਦਾ ਸ਼ਿੰਗਾਰ ਵੀ ਗਵਾਚ ਜਾਂਦਾ। ਕਿਸੇ ਗੱਲ ਨੂੰ ਅੱਧੇ ਹਿੱਸੇ ਵਿੱਚ ਸਮਝਣਾ ਤੇ ਫਿਰ ਉਹ ਸੱਧੀ ਗੱਲ ਦੇ ਉੱਤੇ ਆਪਣੀ ਮਰਜ਼ੀ ਥੋਪਣੀ ਹਰ ਇੱਕ ਗੱਲ ਦਾ ਸਰੂਪ ਤੇ ਮੁਹਾਂਦਰਾ ਵਿਗਾੜ ਦਿੰਦੀ ਹੈ। ਕੁਝ ਲੋਕਾਂ ਨੇ ਐਸਾ ਕਿਹਾ ਵੀ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ 'ਚ ਉਹਨਾਂ ਨੇ ਉਦਾਹਰਨਾਂ ਹਵਾਲੇ ਵਰਤੇ। ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਉਹ ਕਹਿੰਦੇ ਜੀ ਵੇਖੋ ਬਾਬਾ ਰਵਿਦਾਸ ਸਾਹਿਬ ਮਹਾਰਾਜ ਤਾਂ ਰਾਮਾਇਣ ਨਾਇਕ, ਲੰਕਾ ਜੇਤੂ, ਅਯੁੱਧਿਆ ਪਤੀ, ਦਸ਼ਰਥ ਨੰਦਨ ਸ਼੍ਰੀ ਰਾਮ ਜੀ ਦੇ ਭਗਤ ਨੇ। ਉਹ ਕਹਿੰਦੇ ਨੇ ਤੁਮ ਸ਼ਰਨਾਗਤ ਰਾਜਾ ਰਾਮਚੰਦ। ਹੁਣ ਇੰਨੀ ਕੁ ਪੰਕਤੀ ਕਿਸੇ ਨੂੰ ਵੀ ਸੁਣਾ ਦਿਓ ਤੇ ਉਹ ਮੰਨ ਹੀ ਜਾਏਗਾ। ਪਰ ਬਾਬਾ ਰਵਿਦਾਸ ਸਾਹਿਬ ਜਿਸ ਨੂੰ ਰਾਜਾ ਤੇ ਰਾਮ ਕਹਿੰਦੇ ਨਾ ਬਾਣੀ 'ਚ, ਉਹਨੂੰ ਸਗਲ ਭਵਨ ਕੇ ਨਾਇਕਾ ਵੀ ਕਹਿੰਦੇ ਨੇ। ਤੇ ਯਾਦ ਵਿੱਚ ਰੱਖਣਾ ਇੱਕ ਰਾਮ ਉਹ ਹੈ ਜਿਹੜਾ ਅਯੁੱਧਿਆ ਤੋਂ ਬਾਹਰ ਹੀ ਨਹੀਂ ਗਿਆ, ਤੇ ਰਵਿਦਾਸ ਸਾਹਿਬ ਜੀ ਦਾ ਰਾਮ ਤੇ ਰਾਜਾ ਉਹ ਹੈ ਜਿਹੜਾ ਸਗਲ ਭਵਨ ਕਾ ਨਾਇਕ ਵੀ ਹੈ। ਤੇ ਸਾਰੇ ਭਵਨਾਂ ਦੇ ਵਿੱਚ ਇਕੱਲੀ ਅਯੁੱਧਿਆ ਹੀ ਨਹੀਂ ਹੁੰਦੀ, ਸਾਰੇ ਭਵਨਾਂ ਦੇ ਵਿੱਚ ਸਾਰੇ ਖੰਡ ਤੇ ਬ੍ਰਹਿਮੰਡ ਹੁੰਦੇ। ਐਸੇ ਬਹੁਤ ਸਾਰੇ ਪੱਖ ਨੇ ਜਿਹੜੇ ਉਹਨਾਂ ਦੀ ਬਾਣੀ 'ਚੋਂ। ਇੱਕ ਹੋਰ ਉਦਾਹਰਣ ਤੁਹਾਡੇ ਸਾਹਮਣੇ ਰੱਖਦਾ। ਉਹਨਾਂ ਨੇ ਜਿਹੜੇ ਸ਼ਬਦਾਵਲੀ ਆਪਣੀ ਬਾਣੀ ਵਿੱਚ ਵਰਤੀ ਨਾ, ਉਹ ਪ੍ਰਚਲਿਤ ਵਰਤੀ ਹੈ। ਤੇ ਕਿਸੇ ਦੀ ਸ਼ਬਦਾਵਲੀ ਨੂੰ ਵੇਖ ਕੇ ਨਿਰਣਾ ਨਹੀਂ ਕਰ ਲੈਣਾ ਚਾਹੀਦਾ, ਉਹਦੇ ਵਿਚਾਰ ਨੂੰ ਵੀ ਪੜ੍ਹਨਾ ਜ਼ਰੂਰੀ ਹੁੰਦਾ ਹੈ ਵੀ ਸ਼ਬਦ ਤੇ ਉਹ ਇਹੋ ਜਿਹੇ ਵਰਤ ਰਿਹਾ ਤੇ ਭਾਵ ਉਹਦਾ ਕੀ ਹੈ, ਉਹਦੇ ਪਿੱਛੇ ਉਹਦਾ ਗੱਲ ਕਰਨ ਦਾ ਮਤਲਬ ਕੀ ਹੈ। ਮੈਂ ਕਈ ਵਾਰ ਉਦਾਹਰਣ ਦੇਣਾ। ਇੱਕ ਸੂਫੀ ਫਕੀਰ ਹੋਏ, ਸੂਫੀਆਂ ਨੇ ਥੋੜ੍ਹੀ ਜਿਹੀ ਸੁਲ੍ਹਾ ਕੁੱਲ ਤੇ ਖੁੱਲ ਨੀਤੀ, ਯਾਨੀ ਕਿ ਸੂਫੀ ਜਿਹੜੇ ਸਨ, ਸੂਫੀ ਫਿਰਕਾ, ਸੂਫੀਆਂ ਦੇ ਕਈ ਫਿਰਕੇ ਹੋਏ ਨੇ ਮੁਸਲਮਾਨਾਂ 'ਚ, ਇਸਲਾਮ ਦੇ ਵਿੱਚ। ਤੇ ਕੁਝ ਸੂਫੀ ਐਸੇ ਸਨ ਜਿਹੜੇ ਸ਼ਰ੍ਹਾ ਦੀ ਪਾਬੰਦੀ ਨੂੰ ਦਰਕਾਰ, ਉਹ ਕਹਿੰਦੇ ਸਨ ਵੀ ਸ਼ਰ੍ਹਾ ਜਿਹੜੀ ਹੈ ਉਦੋਂ ਤੱਕ ਸਹੀ ਹੈ ਜਦੋਂ ਤੱਕ ਤੁਹਾਨੂੰ ਇਹ ਮਜ਼ਹਬ ਦੀ ਰੂਹ ਨਾਲ ਜੋੜੀ ਰੱਖਦੀ ਹੈ।
ਤੇ ਜਿੱਥੇ ਸ਼ਰ੍ਹਾ ਭਾਰੂ ਹੋ ਜਾਏ ਤੇ ਪਾਕ ਕੁਰਾਨ ਤੇ ਪੈਗੰਬਰ ਸਾਹਿਬ ਦੀ ਮੁਹੱਬਤ ਤੇ ਇਬਾਦਤ ਵਾਲੀ ਗੱਲ ਜਿਹੜੀ ਉਹ ਤੁਹਾਡੇ ਜੀਵਨ ਚੋਂ ਮਨਫੀ ਇਕੱਲੀ ਸ਼ਰ੍ਹਾ ਹੀ ਰਹਿ ਜਾਏ, ਬੰਦਾ ਖੁਸ਼ਕ ਜਿਹਾ ਹੋ ਜਾਏ ਸ਼ਰ੍ਹਾ ਨੂੰ ਪਾਲ ਕੇ, ਨਾ ਕੁਰਾਨ ਦਾ ਅਮਲ ਹੋਵੇ, ਨਾ ਹਦੀਸੇ ਪਾਕ ਦੇ ਬਚਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਹੋਵੇ, ਨਾ ਰਸੂਲ ਖੁਦਾ ਪੈਗੰਬਰ ਖੁਦਾ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦੀ ਇਬਾਦਤ ਹੋਵੇ ਤੇ ਨਾ ਖੁਦਾ ਦਾ ਪਿਆਰ ਹੋਵੇ, ਉਹ ਸ਼ਰ੍ਹਾ ਵੀ ਕੀ ਕਰਨੀ। ਇਸ ਗੱਲ ਤੋਂ ਕਾਜ਼ੀ ਉਹਨਾਂ ਨਾਲ ਨਾਰਾਜ਼ ਹੋਏ, ਕਿਉਂਕਿ ਉਹ ਕਾਜ਼ੀਆਂ ਦੇ ਬਣਾਏ ਹੋਏ ਸਟ੍ਰਿਕਟ ਜਿਹੇ ਮਾਇਆ ਜਾਲ ਤੋਂ ਧਰਮ ਦੀ ਰੂਹ ਨੂੰ ਪਾਕ ਰੱਖਣਾ ਚਾਹੁੰਦੇ ਸਨ। ਕਾਜ਼ੀਆਂ ਦੇ ਹੱਥ ਵਿੱਚ ਜੁਡੀਸ਼ਰੀ ਸੀ। ਬਾਣੀ ਵਿੱਚ ਵੀ ਲਿਖਿਆ, ਕਾਜ਼ੀ ਹੋਏ ਕੈ ਬਹਿ ਨਿਆਮ ਫੇਰੇ ਤਸਬੀਹ ਕਰੇ ਖੁਦਾ। ਕਾਜ਼ੀ ਸਾਰੇ ਸ਼ਰ੍ਹਾ ਦੇ ਮੁਤਾਬਕ ਫੈਸਲੇ ਫਤਵੇ ਦਿੰਦੇ, ਅਦਾਲਤਾਂ ਦੇ ਵਿੱਚ ਜੱਜ ਹੀ ਕਾਜ਼ੀ ਹੁੰਦੇ ਸਨ। ਇਸ ਕਰਕੇ ਉਹਨਾਂ ਲਈ ਬੜਾ ਸੌਖਾ ਹੋ ਗਿਆ ਵੀ ਉਹਨਾਂ ਨੇ ਕਈ ਸੂਫੀਆਂ ਨੂੰ ਫਾਹੇ ਟੰਗਿਆ, ਜ਼ਹਿਰ ਦੇ ਪਿਆਲੇ ਦਿੱਤੇ, ਪੁੱਠੀਆਂ ਖੱਲਾਂ ਲਾਈਆਂ, ਬੜਾ ਕੁਝ ਇਲਜ਼ਾਮਬਾਜ਼ੀਆਂ ਲਾ ਕੇ ਕਿੰਨੇ ਸੂਫੀ ਫਕੀਰ ਉਹਨਾਂ ਨੇ ਮੌਤ ਦੇ ਘਾਟ ਉਤਾਰੇ। ਫਿਰ ਸੂਫੀਆਂ ਨੇ ਥੋੜ੍ਹੀ ਜਿਹੀ ਆਪਣੀ ਭਾਸ਼ਾ ਵਿੱਚ ਲਚਕ ਲਿਆਂਦੀ। ਉਹਨਾਂ ਨੇ ਆਖਿਆ, ਮੈਂ ਖਾਨੇ ਵਿੱਚ ਬੈਠ ਕੇ ਪਿਆਲਾ ਪੀਣ ਦਾ ਮਜ਼ਾ ਹੀ ਵੱਖਰਾ ਹੈ। ਹੁਣ ਕੋਈ ਇਹ ਸ਼ਬਦ ਸੁਣੇ ਤੇ ਉਹਨੇ ਆਖਣਾ, ਲਓ ਇਹ ਸੂਫੀ ਫਕੀਰ ਵੀ ਸਿਰੇ ਦੇ ਸ਼ਰਾਬੀ ਹੋਣਗੇ ਜਿਹੜੇ ਮੈਂ ਖਾਨੇ ਨੂੰ ਚੇਤੇ ਕਰਦੇ ਨੇ ਤੇ ਉੱਥੇ ਪਿਆਲਾ ਪੀਣ ਨੂੰ ਦੱਸਦੇ ਨੇ। ਨਹੀਂ, ਪਰ ਉਹਨਾਂ ਨੇ ਆਪਣੀ ਭਾਸ਼ਾ ਨੂੰ ਲਚਕ ਭਾਵ ਪਿੱਛੇ ਹੋਰ ਲੈ ਆਂਦੇ। ਉਹਨਾਂ ਨੇ ਸ਼ਬਦ ਵਰਤਿਆ ਸੀ, ਮੈਂ ਖਾਨਾ ਕੀ ਹੈ ਸਾਡੇ ਲਈ ਦਰਵੇਸ਼ਾਂ ਦੀ ਸੰਗਤ, ਪਿਆਲਾ ਕੀ ਹੈ ਖੁਦਾ ਦੀ ਇਬਾਦਤ ਬੰਦਗੀ, ਜਾਨੀ ਕਿ ਸੰਗਤ ਦੀ ਮਹਿਮਾ ਕੀਤੀ ਤੇ ਰੱਬ ਦੀ ਇਬਾਦਤ ਨੂੰ ਅਸਲ ਨਸ਼ਾ ਆਖਿਆ। ਬਾਣੀ 'ਚ ਨਹੀਂ ਮਹਾਰਾਜ ਨੇ ਆਖਿਆ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਤੇਰਾ ਨਾਮ ਹੀ ਮੇਰੇ ਵਾਸਤੇ ਭੰਗ ਦੇ ਨਸ਼ੇ ਵਰਗਾ। ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਬਾਣੀ 'ਚ ਮਹਾਰਾਜ ਨੇ ਇਹ ਵੀ ਲਿਖਿਆ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਾ ਸਮਿਓ ਚੁਆਈਐ, ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਿਸ ਬਣੀ ਪ੍ਰੇਮ ਨਿਵ ਲਾਗੀ, ਸ਼ਬਦ ਅਨਾਹਦ ਗਏ। ਹੁਣ ਸਤਿਗੁਰੂ ਮਹਾਰਾਜ ਨੇ ਉੱਥੇ ਸ਼ਰਾਬ ਕਿਹਨੂੰ ਕਿਹਾ? ਦੂਜੇ ਨਸ਼ੇ ਨੂੰ ਤਾਂ ਨਕਾਰ ਦਿੱਤਾ ਹੈ, ਦੁਰਮਤ ਮਦ ਜੋ ਪੀਵਤੇ ਬਿਖੜੀ ਪਤ ਕੰਬੜੀ, ਨਾਮ ਰਸਾਇਣ ਜੋਰਤੇ ਨਾਨਕ ਸਾਚੰ। ਤੋ ਭਾਵ ਨੂੰ ਸਮਝਣਾ ਪੈਂਦਾ ਵੀ ਉਹਦੇ ਪਿੱਛੇ ਭਾਵ ਕੀ ਹੈ, ਅਰਥਾਂ ਦੇ ਪਿੱਛੇ ਕੀ ਕੁਝ ਲੁਕਿਆ ਹੋਇਆ। ਬਾਬਾ ਰਵਿਦਾਸ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਵਿਚਾਰ ਕੇ ਆਪਾਂ ਕਹਿ ਸਕਦੇ ਹਾਂ ਵੀ ਉਹ ਏਕ ਅਕਾਲ ਪੁਰਖ ਪਰਮੇਸ਼ਰ ਤੋਂ ਛੁੱਟ ਕਿਸੇ ਦੇਵੀ ਦੇਵ ਆਦਿਕ ਦੇ ਪੁਜਾਰੀ ਨਹੀਂ, ਕਿਸੇ ਕਰਮਕਾਂਡ ਦੇ ਹਮੈਤੀ ਨਹੀਂ, ਜਾਤ ਪਾਤ ਦੇ ਬੰਧਨਾਂ ਨੂੰ ਉਹ ਰਿਜੈਕਟ ਕਰਦੇ ਨੇ ਔਰ ਐਸਾ ਮੰਨਣ ਵਾਲਿਆਂ ਨੂੰ ਕਰਮ ਦੀ ਪ੍ਰਧਾਨਤਾ ਦੱਸਦੇ ਨੇ। ਉਹ ਹੀਣ ਭਾਵਨਾ ਵਾਲੀ ਬਿਰਤੀ ਤੋਂ ਵੀ ਮੁਕਤ ਨੇ ਤੇ ਜਾਤ ਦੇ ਹੰਕਾਰ ਤੋਂ ਵੀ ਮੁਕਤ ਨੇ। ਉਹ ਉੱਚੇ ਜੀਵਨ ਦੀ ਦੱਸ ਪਾਉਂਦੇ ਨੇ, ਪਰਮੇਸ਼ਰ ਦੀ ਇਬਾਦਤ ਤੇ ਬੰਦਗੀ ਨੂੰ ਸਭ ਤੋਂ ਉੱਚਾ ਰੁਤਬਾ ਦਿੰਦੇ ਨੇ, ਰੱਬ ਦੇ ਰਾਹ ਤੇ ਚੱਲਣ ਵਾਲਿਆਂ ਦਾ ਆਦਰ ਕਰਦੇ ਨੇ। ਉਹਨਾਂ ਵਾਸਤੇ ਬਾਕੀ ਕੋਈ ਵੀ ਚੀਜ਼ ਵੀ ਉੱਤਮ ਨਹੀਂ, ਸਤ ਸੰਗਤ ਦੀ ਉਹ ਮਹਿਮਾ ਬਿਆਨ ਕਰਦੇ ਨੇ। ਔਰ ਇਸੇ ਮਹਿਮਾ ਦੇ ਵਿੱਚ ਇਹ ਸ਼ਬਦ ਹੈ ਜਿਹੜਾ ਆਪ ਜੀ ਨੇ ਪਾਠ ਦੇ ਰੂਪ ਵਿੱਚ ਸੁਣਿਆ। ਸ਼ਬਦ ਦੀ ਆਰੰਭਤਾ ਹੁੰਦੀ ਹੈ ਮਲਾਰ, ਇਹ ਰਾਗ ਦਾ ਨਾਮ ਹੈ। ਸੰਖੇਪ ਮੰਗਲਾ ਚਰਨ ਦਰਜ ਹੈ, ਏਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਜਿੱਥੇ ਵੀ ਕਿਸੇ ਮਹਾਂਪੁਰਖ ਦੀ ਬਾਣੀ ਸ਼ੁਰੂ ਹੋਈ, ਕੋਈ ਰਾਗ ਸ਼ੁਰੂ ਹੋਇਆ, ਕੋਈ ਵਿਸ਼ੇਸ਼ ਬਾਣੀ ਸ਼ੁਰੂ ਹੋਈ ਜਾਂ ਸ਼ਬਦਾਂ ਦੀ ਤਰਤੀਬ ਬਦਲ ਗਈ, ਉੱਥੇ ਹੀ ਮੰਗਲਾਚਰਨ ਜ਼ਰੂਰ ਦਰਜ ਕੀਤਾ। 4 ਰੂਪਾਂ 'ਚ ਗੁਰੂ ਗ੍ਰੰਥ ਸਾਹਿਬ 'ਚ ਮੰਗਲਾਚਰਨ ਦਰਜ ਹੈ। ਕਿਉਂ ਦਰਜ ਹੈ ਬਾਰ-ਬਾਰ? ਇਹ ਫਾਰਮੂਲਾ ਹੈ, ਸਮਝੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਇਹਦੇ ਤੋਂ ਬਿਨਾਂ ਨਹੀਂ ਹੋ ਸਕਦੇ। ਇਹਨੂੰ ਜਿਹੜਾ ਵੀ ਵਿਚਾਰਵਾਨ ਸੁਰਤ ਵਿੱਚੋਂ ਪਾਸੇ ਕਰਕੇ ਨਜ਼ਰ ਅੰਦਾਜ਼ ਕਰਕੇ ਅਰਥ ਕਰੇਗਾ, ਸਾਰੇ ਅਰਥ ਅਵਤਾਰ ਪੂਜਾ ਵੱਲੋਂ ਲੈ ਜਾਏ ਖਿੱਚ ਕੇ, ਉਹ ਅਰਥ ਨਹੀਂ ਕਰ ਸਕੇਗਾ। ਕਿਉਂਕਿ ਸਤਿਗੁਰੂ ਨੇ ਜਿਹੜੀ ਸ਼ਬਦਾਵਲੀ ਵਰਤੀ ਹੈ, ਕਈ ਵਾਰ ਉਹਨਾਂ ਸ਼ਬਦਾਂ ਨੂੰ ਵੇਖ ਕੇ ਅਸੀਂ ਭੁਲੇਖੇ ਵਿੱਚ ਪੈ ਸਕਦੇ ਹਾਂ। ਤੋ ਇਹ ਚੇਤੇ 'ਚ ਰੱਖਣਾ ਵੀ ਜਿਨ੍ਹਾਂ ਨੂੰ ਸਲਾਹਿਆ ਇਸ ਸ਼ਬਦ ਵਿੱਚ ਉਹ ਕੌਣ ਹੈ? ਇੱਕ ਓੰਕਾਰ ਜੋ ਇੱਕ ਹੈ, ਇੱਕ ਰਸ ਸਾਰੀ ਕਾਇਨਾਤ ਵਿੱਚ ਵਿਆਪਕ ਹੈ। ਸਤ
ਸਦੀਵ ਕਾਲ ਕਾਇਮ ਰਹਿਣ ਵਾਲੀ ਹਸਤੀ। ਗੁਰ ਪ੍ਰਸਾਦ ਗੁਰੂ ਦੀ ਮਿਹਰ ਕਿਰਪਾ ਬਖਸ਼ਿਸ਼ ਨਾਲ ਜਿਸ ਦੀ ਸੋਝੀ ਗਿਆਨ ਇਲਮ ਅਨੁਭਵ ਮਨੁੱਖ ਨੂੰ ਹੁੰਦਾ ਹੈ। ਸ਼ਬਦ ਦਾ ਆਰੰਭ ਹੈ ਰਹਾਉ ਦਾ ਬੋਲ, ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ। ਤੇ ਪਹਿਲੀ ਪੰਕਤੀ ਵਿੱਚ ਸਵਾਲ ਹੈ ਤੇ ਦੂਜੀ ਪੰਕਤੀ ਵਿੱਚ ਜਵਾਬ ਹੈ। ਇਹ ਮਹਾਰਾਜ ਦਾ ਤਰੀਕਾ ਹੈ ਬਾਣੀ ਲਿਖਣ ਦਾ। ਬਹੁਤ ਥਾਈਂ ਉਹਨਾਂ ਨੇ ਆਪਣੇ ਆਪ ਹੀ, ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ ਨਾ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਟੁੱਟੈ ਨਹੀਂ ਟੁੱਟੈ ਤੱਤੇ ਨਾਲ, ਕਿਵੇਂ ਸਚਿਆਰੇ ਹੋਈਏ, ਕਿਵੇਂ ਕੂੜ ਦੀ ਕੰਧ ਢਹਿ ਜਾਏ ਸਾਡੇ ਅੰਦਰੋਂ ਤੇ ਅਸੀਂ ਰੱਬ ਦੇ ਨੇੜੇ ਹੋ ਜਾਈਏ। ਇਹ ਹੁਣ ਦੋ ਸਵਾਲ ਨੇ ਇੱਕ ਹੀ ਪੰਕਤੀ 'ਚ, ਤੇ ਇਹਦਾ ਉੱਤਰ ਅਗਲੀ ਪੰਕਤੀ 'ਚ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਹੁਕਮ ਉਹਦੀ ਰਜ਼ਾ ਦੇ ਵਿੱਚ ਚੱਲਣਾ। ਉਹ ਹੁਕਮ ਤੇ ਉਹ ਰਜ਼ਾ ਜਿਹੜੀ ਮੁੱਢ ਕਦੀਮ ਤੋਂ ਸਾਡੇ ਸਿਰ ਲਿਖੀ, ਸਾਡੇ ਉੱਤੇ ਹੁਕਮ ਰਜ਼ਾ ਜਿਹੜੀ ਮੁੱਢ ਕਦੀਮ ਤੋਂ ਉਸ ਮਾਲਕ ਵਾਹਿਗੁਰੂ ਨੇ ਨੀਅਤ ਕੀਤੀ, ਉਹ ਹੁਕਮ ਜਿਹੜਾ ਅਸੀਂ ਤੁਸੀਂ ਨਹੀਂ ਬਣਾਉਂਦੇ, ਜਿਹੜਾ ਪਰਮੇਸ਼ਰ ਦਾ ਸਿਰਜਿਆ ਹੁਕਮ ਹੈ, ਉਹਦੀ ਰਜ਼ਾ ਤੇ ਉਹਦੇ ਹੁਕਮ ਨੂੰ ਸਮਝ ਕੇ ਜਾਣ ਕੇ ਬੁੱਝ ਕੇ ਉਹ ਤੋਂ ਸਦਕੇ ਜਾ ਕੇ ਕੁਰਬਾਨ ਹੋ ਕੇ ਉਹਦੇ ਮੁਤਾਸਰ ਹੋ ਕੇ ਵਿਸਮਾਦ ਵਿੱਚ ਆ ਕੇ ਰੱਬ ਵਾਲੇ ਹੋਇਆ ਜਾਂਦਾ। ਨਹੀਂ ਤਾਂ ਬੰਦੇ ਨੂੰ ਉਹਦੀ ਹਉਮੈ ਇਹ ਜਤਾਉਂਦੀ ਹੈ ਵੀ ਤੂੰ ਹੀ ਸਾਰਾ ਕੁਝ ਹੈ। ਜਿਹਨੇ ਹੁਕਮ ਨੂੰ ਬੁੱਝ ਲਿਆ ਉਹਨੇ ਸਮਝ ਲਿਆ ਨਹੀਂ ਮੈਂ ਤੇ ਕੱਖ ਵੀ ਨਹੀਂ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋ। ਤੋ ਇਹ ਵੀ ਸਵਾਲ ਜਵਾਬ ਦੇ ਰੂਪ ਵਿੱਚ ਵੀ ਮਹਾਰਾਜ ਨੇ ਕਈ ਕਨਸੈਪਟ ਬਾਣੀ ਵਿੱਚ ਸਪਸ਼ਟ ਕੀਤੇ ਨੇ, ਕਈ ਉਪਦੇਸ਼ ਜਿਹੜੇ ਨੇ ਮਹਾਰਾਜ ਨੇ ਇਸ ਲਹਿਜ਼ੇ ਵਿੱਚ ਇਸ ਤਰੀਕੇ ਨਾਲ ਬਖਸ਼ੇ। ਤੋਂ ਪਹਿਲੀ ਪੰਕਤੀ ਵਿੱਚ ਸਵਾਲ ਹੈ, ਮਿਲਤ ਪਿਆਰੋ ਪ੍ਰਾਨ ਨਾਥ, ਪ੍ਰਾਣਾ ਦਾ ਮਾਲਕ ਉਹ ਪਿਆਰਾ ਪਰਮੇਸ਼ਰ ਕਿਵੇਂ ਮਿਲੇ, ਕਵਨ ਭਗਤ ਤੇ ਕਿਸ ਕਿਸਮ ਦੀ ਭਗਤੀ ਕੀਤੀ ਜਾਏ ਕਿ ਉਹ ਪ੍ਰਾਣਾ ਦਾ ਮਾਲਕ, ਜਿੰਦ ਦਾ ਆਸਰਾ, ਜੀਵਨ ਦਾਨ ਦੇਣ ਵਾਲਾ ਪਿਆਰਾ ਪ੍ਰਭੂ ਸਾਨੂੰ ਮਿਲੇ। ਅਸੀਂ ਰੱਬ ਵਾਲੇ ਕਿਵੇਂ ਹੋਈਏ, ਜਿਹਨੂੰ ਆਪਾਂ ਸੰਖੇਪ 'ਚ ਕਹਿਣਾ ਹੋਵੇ ਭਾਵ ਵੀ ਕਿਹੜੀ ਭਗਤੀ ਕਰੀਏ। ਹੁਣ ਭਗਤੀ ਕੋਈ ਸੰਸਾਰ 'ਚ ਇੱਕ ਤਰ੍ਹਾਂ ਦੀ, ਤੇ ਭਗਤੀ ਦੀ ਵਿਆਖਿਆ ਕੋਈ ਇੱਕ ਤਰ੍ਹਾਂ ਦੀ ਥੋੜ੍ਹਾ, ਅਨੇਕ ਪ੍ਰਕਾਰ ਦੀ ਹੈ। ਤੀਰਥਾਂ ਤੇ ਬੈਠੇ ਹੋਏ ਲੋਕਾਂ ਨੂੰ ਪੁੱਛੋਗੇ ਜਾ ਕੇ ਵੀ ਪਰਮੇਸ਼ਰ ਦੇ ਨੇੜੇ ਹੋਣ ਦਾ ਸਾਧਨ ਕਿਉਂ, ਕਹਿੰਦੇ ਤੀਰਥ ਤੇ ਆਇਆ ਕਰੋ। ਆਪ ਭਾਵੇਂ ਉਹਨਾਂ ਨੂੰ ਰੱਬ ਦਾ ਪਤਾ ਵੀ ਕੱਖ ਨਾ ਹੋਵੇ, ਉਹਨਾਂ ਨੂੰ ਪੁੱਛੋ ਵੀ ਤੁਸੀਂ ਇੱਥੇ ਬੈਠੇ ਤੁਸੀਂ ਮਿਲ ਲਿਆ। ਜੇ ਤੁਹਾਡੀ ਪਹੁੰਚ ਨਹੀਂ ਬਣੀ ਤੇ ਜੇ ਅਸੀਂ ਵੀ ਆਉਂਦੇ ਰਹੀਏ ਤੇ ਕੀ ਬਣੇਗਾ। ਇਹਦਾ ਮਤਲਬ ਕੋਈ ਚੀਜ਼ ਮਿਸ ਹੈ ਵੀ ਉਹ ਤੀਰਥ ਤੇ ਬਹਿ ਕੇ ਵੀ ਜੇ ਨਹੀਂ ਹਾਸਲ ਕਰ ਸਕੇ ਤੇ ਕੋਈ ਰੁਕਾਵਟ ਹੈ ਨਾ ਉਹਨਾਂ ਦੇ ਜੀਵਨ 'ਚ। ਬਾਣੀ ਨੇ ਬਸ ਉਸੇ ਰੁਕਾਵਟ ਦੀ ਗੱਲ ਕੀਤੀ। ਕਿਸੇ ਨੂੰ ਪੁੱਛਿਆ ਕਿਵੇਂ, ਉਹ ਕਹਿੰਦਾ ਵੀ ਤੁਸੀਂ ਧਰਮ ਗ੍ਰੰਥਾਂ ਦੇ ਪਠਨ ਪਾਠ ਰੱਜ ਕੇ ਕਰੋ। ਧਰਮ ਗ੍ਰੰਥ ਪੜ੍ਹਨਾ ਮਾੜੀ ਗੱਲ ਨਹੀਂ, ਇਹਦਾ ਭਾਵ ਹੁਣ ਫਿਰ ਉਹ ਕਾਜ਼ੀ ਵਾਲਾ ਨਾ ਲੈ ਲਿਓ। ਕਈ ਵਾਰ ਐਸਾ ਵੀ ਹੁੰਦਾ ਨਾ, ਸਾਡੇ 'ਚ ਵੀ ਐਸਾ ਹੋ ਜਾਂਦਾ ਹੈ ਵੀ ਪੌਣੇ ਘੰਟੇ ਦੀ 45 ਮਿੰਟ ਦੀ ਕਥਾ ਹੋਵੇ ਤੇ 2 ਸੈਕਿੰਡ ਦਾ ਕਲੇਪੀ ਹੁੰਦਾ ਹੈ ਮਸਾਂ, ਵੀ ਜਿਹਦੇ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਵੀ ਪ੍ਰਚਾਰਕ ਗੁਰਮਤਿ ਤੋਂ ਉਲਟ ਬੋਲਦਾ ਹੈ। ਹੁਣ ਤਾਂ ਨੈਟ ਨੇ ਤੇ ਸਾਰੇ ਹੀ ਜਰਨਲਿਸਟ ਬਣਾ ਦਿੱਤੇ, ਪੱਤਰਕਾਰ ਬਣਾ ਦਿੱਤੇ। ਇੱਕ ਬੰਦਾ ਡਿੱਗ ਰਿਹਾ, ਉਹਦੀ ਫੋਟੋ ਦੂਜਾ ਖਿੱਚ ਰਿਹਾ ਤੇ ਉਹਨੂੰ ਚੁੱਕ ਨਹੀਂ ਰਿਹਾ ਵੀ ਜੇ ਡਿੱਗ ਪਿਆ ਤੇ ਇਹਨੂੰ ਉਠਾ ਦਈਏ। ਉਹਨੂੰ ਕਾਹਲੀ ਹੁੰਦੀ ਵੀ ਇਹਦੀ ਵੀਡੀਓ ਬਣਾ ਲਓ। ਡਿੱਗਦੇ ਦੀ ਵੀਡੀਓ ਬਣਾਓ, ਚੁੱਕਣ ਵਾਲਾ ਕੋਈ ਵੀ ਨਾ ਹੋਵੇ ਭਾਵੇਂ। ਇਹ ਸੁਭਾਅ ਬਣ ਗਿਆ। ਸਸਤੀਆਂ ਸ਼ੌਹਰਤਾਂ ਜਿਹੜੀਆਂ ਨੇ ਉਹ ਮਨੁੱਖ ਮਸਲਿਆਂ 'ਚੋਂ ਹੀ ਲੱਭ ਸਕਦਾ, ਹੋਰ ਕਿਤੋਂ ਲੱਭਦੀ ਹੀ ਨਹੀਂ। ਮਸਲਾ ਹੋਏਗਾ ਤੇ ਸਸਤੀ ਸ਼ੌਹਰਤ ਹੋਏਗੀ, ਹੋਰ ਕੋਈ ਤਰੀਕਾ ਹੀ ਨਹੀਂ। ਮਸਲੇ ਤੋਂ ਬਿਨਾਂ ਨਾ ਰਾਜਨੀਤੀ ਚੱਲਦੀ ਹੈ ਨਾ ਸਸਤੀ ਸ਼ੌਹਰਤ ਮਿਲਦੀ ਹੈ। ਜਿਹੜੀ ਮਹਿੰਗੀ ਸ਼ੌਹਰਤ ਹੁੰਦੀ ਨਾ ਉਹ ਕਮਾਉਣੀ ਪੈਂਦੀ, ਉਹਨੂੰ ਜੀਣਾ ਪੈਂਦਾ। ਉਹ ਸ਼ੌਹਰਤ ਉਮਰ ਲੰਘ ਜਾਂਦੀ ਹੈ ਤੇ ਫਿਰ ਕਿਤੇ ਮਿਲ ਜਾਏ ਤੇ ਮਿਲ ਜਾਏ। ਕੋਈ ਬੰਦਾ ਸਾਰੀ ਜ਼ਿੰਦਗੀ ਚੰਗਾ ਕੰਮ ਕਰੇ ਤੇ ਲੱਭੇ, ਨਹੀਂ ਤਾਂ ਸਸਤੀ ਸ਼ੌਹਰਤ ਹਰ ਕੋਈ ਭਾਲਦਾ ਵੀ ਆਪਣੀ ਕਮਾਈ ਕੋਈ ਨਾ, ਬਸ ਵਾਹ ਵਾਹ ਮਿਲਦੀ ਜਾਏ ਤੇ ਚੰਗੀ ਖੇਡ ਹੈ। ਕਿਸੇ ਨੇ ਆਖਿਆ ਧਰਮ ਗ੍ਰੰਥਾਂ ਦਾ ਪਠਨ ਪਾਠ ਕਰੋ। ਪ੍ਰਸ਼ਨ ਉੱਠਿਆ ਵੀ ਕੇਵਲ ਪਾਠ ਪਠਨ ਨਾਲ ਮਸਲਾ ਹੱਲ ਹੋ ਜਾਏਗਾ? ਉਹਨੇ ਕਿਹਾ ਹਾਂ, ਮੈਥੋਂ ਕਰਾ ਲਓ। ਉਹਨੇ ਕਿਹਾ ਤੂੰ ਤਾਂ ਕਰਦਾ ਫਿਰ ਤੇਰਾ ਤੇ ਹੱਲ ਹੋ ਗਿਆ ਹੋਣਾ। ਆਖਿਆ ਨਹੀਂ, ਮੈਂ ਤਾਂ ਅਜੇ ਕਿਤੇ ਵੀ ਨਹੀਂ ਪਹੁੰਚਿਆ। ਇਹਦਾ ਮਤਲਬ ਕੋਈ ਰੁਕਾਵਟ ਹੋਰ ਹੈ।
कोई होर रुकावट है जिहड़ी तेरी भी दूर नहीं हुई, तो जे मैं भी तेरे वर्गा ही प्रोसैस शुरू कर लिया, अभ्यास शुरू कर लिया, तो रुकावट मेरी भी वो बनी रही, तो गल तां भी नहीं बननी। वो रुकावट लभीए किहड़ी है। बहुत सारे ऐसे महाराज ने बाणी जिक्र कीते। सतगुरु की एक अष्टपदी सोरठ राग विचों कुछ बंद मैं तुहाडी नज़र करदा। श्री हजूर फरमाउंदे ने, पाठ पढ़ियो अर वेद विचारियो निवल पोहंगम साधे। बहुत पाठ पढ़े, वेदां तक की विचार की। निवल पोहंगम का मतलब न्योली कर्म करना। पतंजलि दे योग मत मुताबक जिहड़ी योग साधना चेते च रखना, पतंजलि दे योग शास्त्र मुताबक 6 शास्त्र ने भारत विच, उन्हां च एक है योग शास्त्र। जदों तुसीं 16 पढ़दे हो ना, इहदी उदाहरण गुरुदेव ने दिती है 6 घर 6 गुर 6 उपदेश। ये 3 शब्द जिहड़े वरते ना, 6 घर, 6 घर का मतलब है 6 शास्त्र ने, 6 गुर, 6 ही उन्होंने लिखण वाले वक्रे वक्रे ऋषि ने, महात्मा ने। 6 उपदेश ते 6 शास्त्रां दा थॉट भी वखरा वा। एक शास्त्र का थॉट दूजे नाल मेल नहीं खांदा। एक कहिंदा है प्रकृति का कोई करता है, या जिहड़ी कुदरत है इहदा कोई करता है। दूजा शास्त्र कहिंदा सवाल ही पैदा नहीं हुंदा, करता है ही नहीं। हुण जिन्हें 6 शास्त्रां ते इकट्ठे अमल करना होवे वो किधर जाए। तो मनने जरूरी ने 6 शास्त्र। कहते हैं शास्त्रां नूं पढ़े बिना बंदा मुक्त नहीं हो सकता, पर मुक्त तो तां होवे ना भी जे किसी एक गल उहदे पेड़ पल्ले पवे। एक शास्त्र कहता कोई करता नहीं, दूजा कहता करता है, तीजा कहता प्रकृति ही भगवान है, चौथा कहता भगवान कोई होर चीज़ है, पंजवां कुछ होर दस पाउंदा ते छेवां कुछ होर दस पाउंदा। हजूर ने कहा नहीं, 4 पुकारें ना तू मानै, खट भी एका बात बखाना है, अष्ट दसी में लेको कहया तां भी जोगी भेद ना लहया। उलझन बहुत है। ये तो उवें दी खेड़ है भी 6 रस्ते होण ते तुहानूं विचकार खिलार के आख्या जाए भी 6 रस्तियां ते ही तुरेगा तो मंजिल मिलनी, नहीं तो नहीं मिलनी। तो बंदा सोचता है भी राह तो एक ते ही तुरिया जा सकता, 6 ते किवें तुर सकदा मैं। सड़कां 6 ने सामने, वख-वख दिशा च जांदियां ने। एक बंदा 6 सड़कां ते 6 राहां ते किवें तुर सकदा? ये पॉसीबल ही नहीं। पर तुहानूं मंजिल दी दस पाउण वाला कहने 6 ते तुरना पैना। अजीब कशमकश। इसलिए साहब ने बाणी दे विच कहा, पाठ पढ़ियो अर वेद विचारियो निवल पोहंगम साधे। योग पतंजलि दा योग शास्त्र पढ़ के ते उहदे ते अमल कर लिया, योग साधना कर ली। पंच जनास्यों संग न छुटक्यो अधिक अहम बुद्ध बांधे। ये सारा कुछ करने के बावजूद भी 5 विकारां तो मेरी सुरत मेरा मन मुक्त नहीं होया, सगों होर हंकार की बुद्धि वध गई। बुद्धि का हंकार होर जोर फड़ गया, क्योंकि वो जिहड़े कर्म कीते सन उन्हां कर्मां ने मैनू ये भुलेखा दिता भी तू तो बड़ा महान ज्ञानी हो गया, तू इन्ने ग्रंथ जानदा। बंदे की बोली च मिठास आउण की बजाय बोली होर विगड़, तू तो इन्नी योग साधना जानदा है, ये बंदे करदे कख नहीं, तू इन्हां नालों किते ज़्यादा उच्चा है। एक होर हौमे का कंडा अंदर चुभन महसूस करवाउण लग पिया। फिर हजूर कहंदे ने, प्यारे इन बिद मिलन ना जाई, मैं किए कर्म अनेका, हार परयो स्वामी कै द्वारै दीजै बुद्ध विवेका। प्यारे इन वेद आ जड़ियां वेदियां की मैं व्याख्या कर रहा, ये मार्ग नहीं परमेश्वर तक पहुँचण का। मैं किए कर्मा नेका, मैं इन्हां सारे कर्मां की पड़चोल करके वेखी। हार परयो स्वामी के द्वारा, हार के थक के इन्हां सारे कर्मां तो निराश हो के की होया, परयो स्वामी के द्वारा। अपना आप समर्पित किए बिना गल नहीं बनती, अपना वजूद मिटाए बिना गल नहीं बनती। हार परयो स्वामी के द्वारा दीजै बुद्ध विवेका। फिर फरमाया, मोन पयो कर पाती रह्यो, नगन फिरयो बन माही, तट तीरथ जाए धरती भ्रमयो, दुबिधा छुटकै नाही।
ਆਪਾਂ ਸਿਫਤ ਕਰਦੇ ਨਾ ਵੀ ਬੰਦਾ ਸਾਡੇ ਮੋਨੀ ਬਾਬਾ ਜੀ, ਇਹ ਤਾਂ ਬੋਲਦੇ ਹੀ ਨਹੀਂ। ਕਿਸੇ ਦੀ ਮਰਜ਼ੀ ਹੈ ਉਹ ਬੋਲੇ ਜਾਂ ਨਾ ਬੋਲੇ, ਕੰਡੀਸ਼ਨ ਕੋਈ ਨਹੀਂ ਵੀ ਜਿਹੜਾ ਬੋਲਦਾ ਹੈ ਉਹਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਜਿਹੜਾ ਚੁੱਪ ਰਹਿਣਾ ਪਸੰਦ ਕਰਦਾ ਉਹਦੇ ਤੇ ਵੀ ਕੰਡੀਸ਼ਨ ਨਹੀਂ ਵੀ ਤੂੰ ਜ਼ਰੂਰੀ ਬੋਲ। ਉਹਦੀ ਇੱਛਾ ਹੈ, ਉਹਦੀ ਲਾਈਫ ਹੈ, ਉਹਦੀ ਜ਼ਿੰਦਗੀ, ਇੰਟਰਫੇਰੈਂਸ ਨਹੀਂ ਕੀਤੀ ਜਾ ਸਕਦੀ। ਪਰ ਜੇ ਕੋਈ ਆਖੇ ਨਾ ਵੀ ਮੈਂ ਚੁੱਪ ਕਰ ਗਿਆ ਤੇ ਇਹਦੇ ਨਾਲ ਰੱਬ ਨੇ ਖੁਸ਼ ਹੋ ਜਾਣਾ, ਰੱਬ ਦਾ ਤੁਹਾਡੀ ਚੁੱਪੀ ਨਾਲ ਕੋਈ ਤਾਲੁਕਾਤ ਨਹੀਂ। ਅੱਛਾ, ਜੇ ਉਹ ਸਾਡੀ ਚੁੱਪ ਤੇ ਹੀ ਖੁਸ਼ ਹੁੰਦਾ ਤੇ ਸਾਨੂੰ ਜ਼ਬਾਨ ਦਿੰਦਾ ਹੀ ਕਿਉਂ? ਬੱਚਾ ਜਦੋਂ ਪੈਦਾ ਹੁੰਦਾ, ਜੇ ਉਹ ਰੋਵੇ ਨਾ ਤੇ ਕਿਵੇਂ ਪਰਿਵਾਰ ਨੂੰ, ਮਾਂ ਨੂੰ, ਡਾਕਟਰਾਂ ਨੂੰ, ਨਰਸਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਠੀਕ ਹੋਵੇ ਸਹੀ। ਉਦੋਂ ਅਸੀਂ ਸਾਰੇ ਖੁਸ਼ ਹੀ ਉਦੋਂ ਹੁੰਦੇ ਜਦੋਂ ਬੱਚਾ ਕਿਲਕਾਰੀਆਂ ਮਾਰੇ, ਰੋਵੇ ਵੀ ਠੀਕ ਹੈ। ਫਿਰ ਜਦੋਂ ਉਡੀਕ ਕਰਦੇ ਹਾਂ ਆਪਾਂ, ਬੱਚਾ ਲੇਟ ਬੋਲਣਾ ਸ਼ੁਰੂ ਕਰੇ ਤੇ ਸਾਨੂੰ ਕਿੰਨੀ ਚਿੰਤਾ ਹੁੰਦੀ, ਅਸੀਂ ਡਾਕਟਰ ਕੋਲ ਲੈ ਕੇ ਜਾਂਦੇ ਵੀ ਕਮਾਲ ਹੈ, ਇੰਨੇ ਸਾਲਾਂ ਦਾ ਬੱਚਾ ਹੋ ਗਿਆ, ਹੁਣ ਤੱਕ ਇਹਨੂੰ ਤੋਤਲੀ ਆਵਾਜ਼ 'ਚ ਕੋਈ ਨਾ ਕੋਈ ਸ਼ਬਦ ਬੋਲਣੇ ਚਾਹੀਦੇ ਸਨ, ਬੋਲਦਾ ਕਿਉਂ ਨਹੀਂ? ਕਿੰਨੀ ਚਿੰਤਾ ਹੁੰਦੀ ਹੈ। ਤੇ ਜਦੋਂ ਬੱਚਾ ਤੋਤਲੀ ਆਵਾਜ਼ ਵਿੱਚ ਟੁੱਟੇ ਫੁੱਟੇ ਲਫ਼ਜ਼ਾਂ ਦੇ ਵਿੱਚ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਆਪਾਂ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ। ਤੇ ਵੈਸੇ ਅਸੀਂ ਕਹਿੰਦੇ ਹਾਂ ਜੀ ਚੁੱਪ ਰਹਿਣ ਨਾਲ ਰੱਬ ਮਿਲ ਜਾਂਦਾ ਹੈ। ਫਿਰ ਇੰਨੀ ਖੁਸ਼ੀ ਕਿਉਂ ਬੱਚੇ ਦੇ ਬੋਲਣ ਤੇ, ਉਹਦੇ ਰੋਣ ਤੇ ਇੰਨੀ ਪ੍ਰਸੰਨਤਾ ਕਿਉਂ? ਫਿਰ ਅਸੀਂ ਜਿਹੜੇ ਕੁਦਰਤੀ ਤੌਰ ਤੇ ਬੋਲ ਨਹੀਂ ਸਕਦੇ ਜ਼ਬਾਨੋਂ, ਫਿਰ ਤਾਂ ਦੁਨੀਆ ਦੇ ਉਹਨਾਂ ਤਮਾਮ ਲੋਕਾਂ ਨੂੰ ਮਹਾਂਪੁਰਖ ਦਾ, ਬ੍ਰਹਮ ਗਿਆਨੀ ਦਾ ਰੁਤਬਾ ਦੇ ਦੇਣਾ ਚਾਹੀਦਾ, ਕਿਉਂਕਿ ਉਹ ਵੈਸੇ ਹੀ ਨਹੀਂ ਬੋਲਦੇ। ਰੱਬ ਨੇ ਉਹਨਾਂ ਨੂੰ ਬੋਲਣ ਹੀ ਨਹੀਂ ਲਾਇਆ। ਨਹੀਂ, ਭਰਮਾਂ ਦੀ ਦੁਨੀਆ ਹੈ। ਇਹਨੂੰ ਕੇਵਲ ਧਾਰਮਿਕ ਖੇਤਰ ਦੀਆਂ ਸਟੰਟਬਾਜ਼ੀਆਂ ਕਿਹਾ ਜਾ ਸਕਦਾ। ਸਤਿਗੁਰੂ ਦੀ ਬਾਣੀ ਨੇ ਪਤਾ ਕੀ ਆਖਿਆ? ਬੋਲਤ ਬੋਲਤ ਬੜੈ ਵਿਕਾਰਾ, ਲੋੜ ਤੋਂ ਵੱਧ ਫਜ਼ੂਲ ਤੇ ਫਿੱਕਾ ਬੋਲਣ ਨਾਲ ਵਿਕਾਰ ਵੱਧਦੇ ਨੇ, ਬਖੇੜੇ ਵੱਧਦੇ ਨੇ। ਇਸ ਕਰਕੇ ਰਸਨਾ ਨੂੰ ਸੁਚੇਤ ਹੋ ਕੇ ਇਹਦੇ ਤੋਂ ਸ਼ਬਦਾਂ ਦੀ ਵਰਤੋਂ ਕਰੋ। ਫਿੱਕਾ ਨਾ ਬੋਲੋ, ਭੈੜਾ ਨਾ ਬੋਲੋ, ਮਿੱਠਾ ਬੋਲੋ, ਸਹੀ ਬੋਲੋ, ਸਪਸ਼ਟ ਬੋਲੋ, ਚੰਗਾ ਕਹੋ, ਜਿੱਥੇ ਜਾਏ ਬਹੀਐ ਭਲਾ ਕਹੀ। ਬੋਲਤ ਬੋਲਤ ਬੜੇ ਬਕਾਰਾ, ਪਰ ਨਾਲੇ ਕਿਆ ਬਿਨ ਬੋਲੇ ਕਿਆ ਕਰੇ ਵਿਚਾਰਾ। ਬੋਲਣ ਤੋਂ ਬਿਨਾਂ ਕੀ ਵਿਚਾਰ ਹੋਏਗੀ? ਬੋਲਣ ਤੋਂ ਬਿਨਾਂ ਤੁਸੀਂ ਆਪਣੇ ਮਨ ਦੇ ਭਾਵ ਕਿਵੇਂ ਦੂਜੇ ਨਾਲ ਸਾਂਝੇ ਕਰੋਗੇ? ਬੈਲੈਂਸ ਰੱਖ ਲਿਆ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਤਵਾਜ਼ਨ ਬੰਨਿਆ, ਬੈਲੈਂਸ ਰੱਖਿਆ, ਟਿਕਾ, ਉਸੇ ਨੂੰ ਸਹਿਜ ਕਿਹਾ। ਇਸ ਵਾਸਤੇ ਗਰੀਬ ਨਵਾਜ ਮਹਾਰਾਜ ਨੇ ਬਾਣੀ 'ਚ ਉਹਨਾਂ ਸਾਰਿਆਂ ਦਾ, ਖੈਰ ਅਸ਼ਟਪਦੀ ਹੈ, ਬਹੁਤ ਜ਼ਿਆਦਾ ਬੰਦ ਨੇ, ਵਿਸਥਾਰ ਸਹਿਤ ਮਹਾਰਾਜ ਨੇ ਚਰਚਾ ਕੀਤੀ ਹੈ। ਤੋ ਇੱਥੇ ਸ਼ਬਦ ਵਰਦੇ ਨੇ ਕਵਨ ਭਗਤ ਦੇ, ਕਿਹੜੇ ਕਿਸਮ ਦੀ ਭਗਤੀ ਕਰਾਂ? ਤੇ ਜਵਾਬ ਵੀ ਮਹਾਰਾਜ ਖੁਦ ਦੇ ਰਹੇ, ਫਰਮਾਉਂਦੇ ਨੇ ਸਾਧ ਸੰਗਤ ਪਾਈ ਪਰਮ ਗਤੇ। ਗੁਰੂ ਦੀ ਸਾਧ ਸੰਗਤ ਪਾਈ ਪਰਮ ਗਤੇ, ਗੁਰੂ ਦੀ ਸੰਗਤ ਵਿੱਚ ਆ ਕੇ ਪਰਮ ਉੱਚੀ ਗਤੇ ਅਵਸਥਾ, ਉੱਚੀ ਆਤਮਿਕ ਅਵਸਥਾ ਕੇਵਲ ਗੁਰੂ ਦੀ ਸੰਗਤ ਵਿੱਚ ਆ ਕੇ ਹੀ ਬਣਦੀ। ਬੰਦਾ ਹੋਰ ਜਿੰਨੇ ਮਰਜ਼ੀ ਕਰਮਕਾਂਡ ਕਰ ਲੈ, ਜੇ ਗੁਰੂ ਦਾ ਪੱਲਾ ਨਹੀਂ ਫੜਿਆ, ਸਤਿਗੁਰੂ ਉਪਦੇਸ਼ ਦੀ ਕਮਾਈ ਨਹੀਂ ਕੀਤੀ ਤਾਂ ਭੁੱਲ ਜਾਓ। ਭਗਤ ਧੰਨਾ ਜੀ ਨੇ ਕਮਾਲ ਕੀਤੀ, ਉਹਨਾਂ ਨੇ ਆਪਣੇ ਸ਼ਬਦ ਦੇ ਅਖੀਰਲੇ ਬੰਦ ਵਿੱਚ ਆਪਣੀ ਦਾਸਤਾਨ ਖੁਦ ਹੀ ਕਹਿ ਦਿੱਤੀ। ਉਹਨਾਂ ਕਿਹਾ, ਧੰਨੇ ਧਨ ਪਾਇਆ ਧਰਣੀ ਧਰ। ਧੰਨੇ ਨੇ ਧਨ ਦੌਲਤ ਪਾ ਲਈ, ਧਰਣੀ ਧਰ, ਧਰਤੀ ਦੇ ਆਸਰੇ ਪਰਮੇਸ਼ਰ ਦੇ ਨਾਮ ਦੀ। ਕਿੱਥੋਂ ਪਾਈ? ਸਾਡੀਆਂ ਤਾਂ ਹੁਣ ਕਹਾਣੀਆਂ ਆਪਣੀਆਂ ਆਪਣੀਆਂ ਨੇ, ਪਰ ਭਗਤ ਧੰਨਾ ਜੀ ਖੁਦ ਆਪਣੀ ਸਟੇਟਮੈਂਟ ਦੇ ਰਹੇ। ਧੰਨੇ ਧਨ ਪਾਇਆ ਧਰਣੀ ਧਰ, ਕਿੱਥੋਂ? ਮਿਲ ਜਨ ਸੰਤ ਸਮਾਨ, ਸੰਤ ਸੰਗਤ, ਰੱਬੀ ਪਿਆਰਿਆਂ ਦੀ ਸਭਾ ਵਿੱਚ, ਸੋਬਤ ਵਿੱਚ ਬੈਠ ਕੇ। ਧੰਨੇ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਤੇ ਬਿਲਕੁਲ ਇਹ ਸ਼ਬਦ ਦੀ ਸਮਾਪਤੀ ਤੇ ਪੰਜਵੇਂ ਪਾਤਸ਼ਾਹ ਨੇ ਇਸੇ ਪੰਕਤੀ ਦੀ ਵਿਆਖਿਆ ਕਰਦਿਆਂ ਆਪਣਾ ਸ਼ਬਦ ਨਾਲ ਦਰਜ ਕੀਤਾ। ਮਹੱਲਾ ਪੰਜਵਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ ਭਇਓ ਗੁਰੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ,
ਹੁਣ ਪੜੋ, ਇਹ ਬਿਧ ਸੁਣ ਕੈ ਜਾਟਰੋ ਉਠ ਭਗਤੀ ਲਾਗਾ। ਇਹ ਬਿਧ ਸੁਣ ਕੈ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਇਹਨਾਂ ਭਗਤਾਂ ਦੇ ਜੀਵਨ ਨੂੰ ਪੜ੍ਹਿਆ, ਇਹਨਾਂ ਭਗਤਾਂ ਦੀ ਸੋਭਤ ਮਾਣੀ, ਇਹਨਾਂ ਵੱਲ ਵੇਖ ਕੇ ਉੱਠ ਕੇ ਧੰਨਾ ਵੀ ਭਗਤੀ 'ਚ ਜੁੜ ਗਿਆ। ਤਫਸੀਲ ਐਕਸਪਲੇਨੇਸ਼ਨ ਦੇ ਦਿੱਤੀ ਉਹਨਾਂ ਦੀ ਅਖੀਰਲੀ ਪੰਕਤੀ। ਇੰਨੀ ਕਲੈਰਿਟੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਵਿੱਚ ਵੀ ਸਤਿਗੁਰੂ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਰੋੜ ਘਚੋਲਾ ਕਿਸੇ ਗੱਲ ਦਾ ਰਹਿਣ ਹੀ ਨਹੀਂ ਦਿੱਤਾ। ਅਸੀਂ ਪਾ ਲਈਏ ਵਿਆਖਿਆਕਾਰ ਤੇ 20 ਵਾਰ ਪਾ ਲਈਏ। ਹੁਣ ਇਹ ਜਿਹੜੇ ਵੇਖੋ ਕੁਦਰਤੀ ਜਿਹੜਾ ਨਿਜ਼ਾਮ ਹੈ ਮੇਰੇ ਸਾਹਿਬ ਨੇ ਉਹਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ। ਇੰਨੇ ਸਪਸ਼ਟ ਸੰਕੇਤ ਭਗਤ ਧੰਨਾ ਜੀ ਸਤ ਸੰਗਤ ਦੀ ਮਹਿਮਾ ਕਰਦੇ ਨੇ, ਬਾਬਾ ਕਬੀਰ ਸਾਹਿਬ ਕਰਦੇ ਨੇ, ਬਾਬਾ ਨਾਮਦੇਵ ਸਾਹਿਬ ਕਰਦੇ ਨੇ। ਸਾਰੇ ਮਹਾਂਪੁਰਖ ਨੇ ਸਤ ਸੰਗਤ ਦੀ ਮਹਿਮਾ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀਤੀ ਔਰ ਸਤ ਸੰਗਤਾਂ ਕਾਇਮ ਕੀਤੀ। ਸੰਗਤਾਂ ਕਾਇਮ ਕਰਕੇ ਆਖਿਆ ਸਤ ਸੰਗੀ ਬਣਨ ਦਾ ਯਤਨ ਕਰਿਓ। ਇਹੀ ਰਾਹ ਹੈ ਜਿਸ ਰਾਹ ਤੇ ਸਾਡੇ ਭਗਤ ਸਾਹਿਬਾਨ ਚੱਲ ਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਰਾਹ ਦੇ ਪਾਂਧੀ ਬਣ ਕੇ ਉਸ ਵਿੱਚ ਅਭੇਦ ਹੋਏ। ਇੱਥੇ ਵੀ ਸਤ ਸੰਗਤ ਦੀ ਮਹਿਮਾ ਕਹਿ ਰਹੇ, ਸਾਧ ਸੰਗਤ ਪਾਈ ਪਰਮ ਗਤੇ। ਤੇ ਫਿਰ ਵਡਿਆਈ ਦੱਸਦੇ ਨੇ ਵੀ ਪ੍ਰੈਕਟਿਸ ਕੀ ਹੋਵੇ ਸਾਧ ਸੰਗਤ 'ਚ। ਇਹ ਥੋੜੀ ਹੈ ਵੀ ਬੰਦਾ ਭੀੜ 'ਚ ਜਾ ਕੇ ਬਹਿ ਜਾਏ ਤੇ ਉੱਠ ਕੇ ਆ ਜਾਏ, ਵੀ ਪ੍ਰੈਕਟਿਸ ਕੋਈ ਹੋਵੇ ਹੀ ਨਾ। ਪ੍ਰੈਕਟਿਸ ਕੀ ਹੋਵੇ? ਇਹ ਸੈਲਫ ਪ੍ਰੈਕਟਿਸ, ਚੇਤੇ 'ਚ ਰੱਖਿਓ। ਇਹ ਕੀ ਹੈ? ਸੈਲਫ ਪ੍ਰੈਕਟਿਸ, ਨਿੱਜੀ ਅਭਿਆਸ। ਸਤ ਸੰਗਤ ਕੀ ਹੈ? ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਆ ਕੇ ਰੱਬੀ ਗੁਣਾਂ ਦੀ ਸਿੱਖਿਆ ਮਨੁੱਖ ਨੇ ਗੁਰੂ ਦੇ ਉਪਦੇਸ਼ ਦੇ ਰਾਹੀਂ ਗ੍ਰਹਿਣ ਕਰਨੀ ਤੇ ਅਭਿਆਸ ਉਹਦਾ ਨਿੱਜੀ ਕਰ। ਨਿੱਜੀ ਅਭਿਆਸ ਉਹਦਾ ਕਿਵੇਂ ਹੋਣਾ ਹੈ? ਇਹਦੀ 2 ਉਦਾਹਰਨਾਂ ਦੇ ਕੇ ਕਹਿ ਰਹੇ ਨੇ। ਕਹਿੰਦੇ ਨੇ ਮੈਲੇ ਕੱਪੜੇ ਕਹਾਂ ਲਓ ਧੋਵਾਂ। ਹੁਣ ਮੈਂ ਮੈਲੇ ਕੱਪੜੇ ਕਿਉਂ ਧੋਵਾਂ? ਫਿਰ ਜਦੋਂ ਹੁਣ ਮੈਂ ਸਤ ਸੰਗੀ ਬਣ ਗਿਆ, ਕੀ ਭਾਵ ਹੋਇਆ ਇਹਦਾ? ਇਹਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਆਪਣੇ ਸ਼ਬਦ 'ਚ ਕੀਤਾ, ਨਿੰਦਕ ਹਮਰੇ ਕੱਪੜੇ ਧੋਏ। ਨਿੰਦਾ ਦਾ ਭਾਵ ਹੀ ਸਮਝ ਲੈਣਾ। ਸਹੀ ਨੂੰ ਆਪਣੀ ਨਿੱਜੀ ਕਿਹੜ ਕਰਕੇ, ਸਵਾਰਥ ਕਰਕੇ, ਪਰਸਨੈਲਿਟੀ ਕਲੈਸ਼ ਕਿਸੇ ਵੀ ਵਜ੍ਹਾ ਕਰਕੇ, ਆਪਣੇ ਸਵਾਰਥ ਕਰਕੇ ਗਲਤ ਕਹਿਣਾ ਨਿੰਦਾ ਹੈ। ਗਲਤ ਕਹਿਣਾ, ਗਲਤ ਨੂੰ ਗਲਤ ਕਹਿਣਾ ਨਿੰਦਾ ਨਹੀਂ। ਚੇਤੇ ਰੱਖਣਾ, ਗਲਤ ਨੂੰ ਗਲਤ ਕਹਿਣਾ ਨਿੰਦਾ ਨਹੀਂ। ਸਹੀ ਨੂੰ ਸਹੀ ਕਹਿਣਾ ਚਾਪਲੂਸੀ ਨਹੀਂ। ਸਹੀ ਨੂੰ ਗਲਤ ਕਹਿਣਾ ਨਿੰਦਾ ਹੈ ਤੇ ਗਲਤ ਨੂੰ ਸਹੀ ਕਹਿਣਾ ਚਾਪਲੂਸੀ ਹੈ। ਜਦੋਂ ਇਹ ਦੋਵੇਂ ਚੀਜ਼ਾਂ ਉਲਟੇ ਕੋਣ 'ਚ ਹੋ ਜਾਣ ਤਾਂ ਸਮਝੋ ਮਸਲਾ ਵਿਗੜ ਗਿਆ। ਤੋ ਇੱਥੇ ਹਜ਼ੂਰ ਫਰਮਾਉਂਦੇ ਨੇ, ਬਾਬਾ ਕਬੀਰ ਸਾਹਿਬ ਨੇ ਕਿਹਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਇਲਜ਼ਾਮ ਲਾਉਂਦੇ ਸਨ, ਕਬੀਰ ਸਾਹਿਬ ਦੇ ਸੱਚ ਤੋਂ ਬਖਲਾਏ ਸਨ, ਉਹਨਾਂ ਦੇ ਧਰਮੀ ਜੀਵਨ ਤੋਂ ਖਾਰ ਖਾਂਦੇ ਜਿਹੜੇ, ਉਹਨਾਂ ਨੇ ਫਿਰ ਐਵੇਂ ਆਰਗੂਮੈਂਟ ਘੜੇ, ਕਬੀਰ ਜੀ ਤਾਂ ਵੇਖੋ ਐਵੇਂ ਕਹਿੰਦੇ ਨੇ, ਰੱਬ ਨੂੰ ਐਵੇਂ ਕਹਿੰਦੇ ਨੇ, ਪਰਮੇਸ਼ਰ। ਅੱਛਾ, ਕਈ ਬੰਦੇ ਨੂੰ ਇਹ ਹੁੰਦਾ ਵੀ ਅਸੀਂ ਰੱਬ ਦੇ ਦੂਤ ਹਾਂ ਤੇ ਰੱਬ ਨੂੰ ਅਸੀਂ ਬਚਾਉਣਾ ਹੈ। ਉਹਨਾਂ ਨੂੰ ਇੰਨੀ ਟੈਨਸ਼ਨ ਪੈ ਜਾਂਦੀ ਹੈ ਕਿਸੇ ਗੱਲ ਦੇ ਉੱਤੇ, ਉਹਨਾਂ ਦਾ ਉਹ ਆਪਣਾ ਤਵਾਜ਼ਨ ਵੀ ਅਸੀਂ ਰੱਬ ਨੂੰ ਬਚਾਉਣ ਆਏ ਹਾਂ ਧਰਤੀ ਤੇ, ਨਹੀਂ ਤਾਂ ਅਸੀਂ ਨਾ ਹੁੰਦੇ ਤੇ ਖੋਰੇ ਰੱਬ ਦਾ ਕੀ ਬਣਦਾ। ਇਹਨੇ ਰੱਬ ਬਾਰੇ ਆ ਕਿਹਾ, ਏਡਾ ਹਲਕਾ ਨਹੀਂ ਹੈ ਉਹ ਵੀ ਉਹਦੇ ਬਾਰੇ ਕੋਈ ਐਸੀ ਗੱਲ ਕਹਿ ਦੇਵੇ ਤੇ ਉਹਦੀ ਇੱਜ਼ਤ ਆਬਰੂ ਜਾਂ ਸ਼ਾਨ 'ਚ ਫਰਕ ਪੈ ਜਾਏ। ਕੁਛ ਨਹੀਂ ਹੁੰਦਾ ਉਹਨੂੰ। ਜੇ ਕੋਈ ਗੱਲ ਗਲਤ ਕਰਦਾ ਉਹਨੂੰ ਤੁਸੀਂ ਪ੍ਰੇਮ ਨਾਲ ਸਮਝਾ, ਜੇ ਅਗਲਾ ਨਾਮ ਹੀ ਸਮਝੇ ਤਾਂ ਕੀ ਕਰੋਗੇ? ਛੱਡ ਦਿਓ। ਮੇਰਾ ਮੁਖ ਸਾਖਤ ਸੰਗ ਨਾ ਜੁੜ ਸੀ ਰੇ। ਮਹਾਰਾਜ ਨੇ ਸੌਖਾ ਢੰਗ ਦੱਸਿਆ, ਫਿਰ ਉਹਦਾ ਰਾਹ ਹੀ ਛੱਡੋ। ਸੌਖਾ ਹੈ ਵੀ ਤੁਸੀਂ ਦੂਰ ਰਹੋ, ਪਰ ਅਸੀਂ ਆਪਣੇ ਆਪ ਨੂੰ ਇਵੇਂ ਲੋਕਾਂ ਸਾਹਮਣੇ ਰੱਖਦੇ ਵੀ ਅਸੀਂ ਰੱਬ ਦੇ ਬੜੇ ਖੈਰ ਖਵਾਂ, ਅਸੀਂ ਰੱਬ ਨੂੰ ਬਚਾਉਣ ਆਏ ਧਰਤੀ ਦਾ। ਕਾਜ਼ੀ ਵੀ ਇਹ ਕਹਿੰਦੇ ਸਨ, ਮਲਾਣੇ ਵੀ ਇਹ ਕਹਿੰਦੇ ਸਨ, ਕਿੰਨੇ ਬੇਗੁਨਾਹਾਂ ਦਾ ਖੂਨ ਵਹਾ ਦਿੱਤਾ ਉਹਨਾਂ ਨੇ। ਤੋ ਇੰਜ ਨਾ ਕਰੀਏ, ਸੰਵਾਦ ਨੂੰ ਸੰਵਾਦ ਰਹਿਣ ਦਈਏ, ਉਹਦੇ ਵਿੱਚ ਦੂਤ ਬਣਨ ਦੀ ਕੋਸ਼ਿਸ਼ ਨਾ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਸ਼ਬਦ ਕਹਿੰਦਾ ਹੈ, ਕਬੀਰ ਸਾਹਿਬ ਤੇ ਇਲਜ਼ਾਮ ਤਰਾਸ਼ੀਆਂ ਕਰਨ ਵਾਲੇ ਲੋਕ, ਕਬੀਰ ਨੇ ਆ ਕਿਹਾ, ਕਬੀਰ ਨੇ ਆ ਕਿਹਾ। ਵੇਖੋ ਕਬੀਰ ਵਰਤਾਂ ਬਾਰੇ ਆ ਕਹਿੰਦਾ, ਕਬੀਰ ਮੂਰਤੀਆਂ ਬਾਰੇ ਆ। ਉਹ ਕਹਿੰਦੇ ਵੀ ਮੈਨੂੰ ਤਾਂ ਕੋਈ ਤਰ੍ਹਾਂ, ਮੈਂ ਨਹੀਂ ਮੰਨਦਾ। ਬਸ
हाँ जो मैं कहना वो संवाद करो मेरे नाल। आख्या तू मूर्ति की निंदा करना, कहते नहीं मैं तो ये कहा, मैं तो कहना मूर्ति बनाने वाला कलावान है, सोहनी बनाता है, पर यह भगवान नहीं है, ये रब नहीं है, मैं तो ये कहना। लोगों ने स्टैचू घर च रखे होंगे ने, पर जे कोई उन्होंने आखे रब है तो नहीं, रब बंदा रब नूं किवें घड़ सकदा। मेरा ये आर्गूमेंट है। सदियों तो लैके लोग स्टैचू मूर्तियां बनाते आए, कलावान बंदियां दी कला निखरी, लोग उन्होंने वेखण जाते हैं। ये की इतराज़ है? कला है। पर जे कोई उन्होंने आखे भी ये रब है, यदी पूजा करो तो फिर तुसी रब दे भगत बनोगे, उन्हें क्या नहीं, ये नहीं हो सकता। वो तो घट घट विच वसदा है, वो तो सबना विच वसदा है। साडा मसला कला दे विरोध दा नहीं, साडा मसला असूलन है। आख्या तू बेअदबी करदा, कहंदे फिर जे मेरी गल नाल बेअदबी होंदी है तो पहली बेअदबी तो इहनूं बनाउण वाले ने कीती। पाखाण गढ़ कै मूरत कीनी, दे कै छाती पाओ। जे ये मूरत साची है तो गढ़न हारे खाओ। जिन्हें इनू घड़िया उन्हें दी छाती ते पैर रख के थौड़ी छैणी लैके पहला ਇਹਦਾ अंग पैर घड़े, वो सट्टा मारदा रहे, दे उत्ते पैर रख के बैठा रहा। जे भगवान है तो इन्हें इन्नी इजाजत उन्होंने क्यों दी? ये कौन होंदा उन्होंने थौड़ियां नाल कुटण वाला, छैणियां नाल छिलण वाला, उहदे ते पैर रख के उहदे उत्ते बह बह के उन्होंने घड़न वाला। मेरी गल नाल बेअदबी हो गई, ਜਿਹੜਾ ਇਹਨੂੰ ਕੁੱਟਦਾ ਵੱਢਦਾ ਰਿਹਾ, ਇਹਦੇ ਉੱਤੇ ਚੜ ਕੇ ਬੈਠਾ ਰਿਹਾ, ਉਹਦੇ ਨਾਲ ਕੋਈ ਬੇਅਦਬੀ ਨਹੀਂ ਹੋਈ। ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਔਰ ਸਮਾਦ ਹੈ ਨਾ, ਉਹਨਾਂ ਨੇ ਕਿਹਾ ਨਿੰਦਕ ਨੇ, ਉਹਨਾਂ ਨੇ ਕਿਹਾ ਭਗਤ ਕਬੀਰ ਸਾਹਿਬ ਦੇ ਪ੍ਰਤੀ ਇਲਜ਼ਾਮਬਾਜ਼ੀਆਂ ਲਾਓ ਵੀ ਇਹ ਗਲਤ ਹੈ, ਐਵੇਂ ਕਹਿੰਦਾ। ਕਿੱਡਾ ਉੱਚਾ ਜੀਵਨ ਹੈ ਉਹਨਾਂ ਦਾ। ਉਹਨਾਂ ਨੇ ਫਿਰ ਇੱਕ ਸ਼ਬਦ ਰਚਿਆ, निंदो निंदो मोको लोग निंदा जन को। कहने मैं काल नहीं पैंदा, कोई नहीं, मेरा कर्म मेरा गवाह है, मैनू गवाह रखण दी लोड़ नहीं, मेरा कर्म ही मेरी गवाही है। गुरु अर्जन साहब का कर्म ही उन्हां दी गवाही है। कोई गवाहां दी भीड़ जे इकट्ठी करनी चाहुंदे तो सारा पंजाब की दुनिया के कोने कोने चों सिख इकट्ठे कर लेंदे। जाओ जाके जहांगीर नूं दसो मैं किहो जिहा ना, आखे मेरा कर्म मेरा गवाह है, शरीर बिनसेगा मेरा कर्म जिउंदा रहेगा। धर्मी मनुखों का कर्म उन्हां दी कमाई उन्हां दी गवाह होंदी। सतगुरु महाराज ने फरमाया, कहन लगे हुण मैं मैले कपड़े, जानी कि हुण मैं किसी की निंदा नहीं करता, किसी की मैल नहीं धोंदा। हुण मैं आवेगी नींद कहाँ लग सोवो, ना मैनू हुण नींद आउंदी है तो ना मैं सौना। इहदा भाव है भी ना हुण अज्ञानता की नींद आउंदी है तो ना अज्ञानता की नींद विच सौना मैनू। हुण वो नींद टुट गई जिसनूं महाराज गुरु तेग बहादुर साहब पातशाह फरमाउंदे ने, जाग ले हो रे मना, जाग ले हो कहा गाफल सोया। मन की अज्ञानता की नींद टुट गई। हुण मैं अज्ञानता की नींद विच नहीं, गुरु दे उपदेश ने, संगत ने चेतन कर दिता। फिर अगे फरमाउंदे, जोई जोई जोरियो, सोई सोई फाटियो, झूठै बनज उठ ही गई हटियो। फिर सत संगत विच आके मेरी सुरत इन्नी घड़ी गई, ज्ञान नाल सुरत परमेश्वर दे गुणां नाल शरशार हो गई। मैं अपने आप नूं पड़चोलना शुरू, अगे मैं दूजिआं नूं पड़चोलदा, कौन की करदा है, की करदा है, फलाने चाह उगण फलाने चाह है, की जरूरत है, की लोड़ है। उन्हां दीयां गल्लां करदिआं जिंदगी का कितना वक्त मैं खराब करदा। होण पए वो अपनी नजिठणगे, मैं अपनी तां नजिठां। अजो सुनाओ समुंदर में क्या जानो क्या होए। अच्छा बेड़ियां साडियां सारियां दियां ही समुंदर च ने, तूफान च घिरियां ने, तो असीं दूजे नूं कह रहे वेखी इहने डुब जाना, इहने डुब जाना। आपदी दा पता ही नहीं भी आपदी तां कंढे ला लईए। मेरे हजूर कहते तो अपना भला पहलो लोच, पहला ये वेख भी तेरी नाव कंढे लगी कि नहीं लगी। तो जिन्हां दी कंढे लग जाए ना वो भी इस तरह नहीं करते, तो असीं तो फिर भी अधवाटे हाँ। सतगुरु सच्चे पातशाह ने फरमाया, कहन लगे भी मैं अपने आप नूं हुण पड़चोल लिया, अपने आप नूं तोलना शुरू कर लिया। जो जो मैं जोड़िया सी ना, मैं उहदे वल ते भी मेरे कोल की है भला, मैं की इकट्ठा कीता हुण तक। तो मैं हैरान होया भी मैं किन्ना कच इकट्ठा करी बैठा।
मैं भुलेखे च था, मैं हीरे इकट्ठे कीते ने। एक उदाहरण आउंदी है, कहते ने एक बच्चे का बाप गुजर गया, वो जौहरी सी ते उहदे घरे हीरियां दी निक्की जी पोटली बन के बाप ने किते रखी होएगी। वो बच्चा आपदे चाचे कोल गया जिहदे नाल उहदा बाप सांझीवाल सी, हीरियां दी दुकान करदा। उन्हें जाके कहा, चाचा जी मैं हीरे वेचने ने। उन्हें थैली चो एक दो कढ़े, परखे, फिर थैली च पाए। कहंदा तू क्यों वेचने ने? कहन लग्या भी मैनू लोड़ है, प्यो रहा नहीं, करजा सिर ते है, पैसे वालों हथ सौखा हो जाएगा। कहंदा चल तेनों मैं नौकरी देना, तू अपने बाप की जगह के उत्ते मेरे कोल इत्थे दुकान ते काम करया कर, नाले मैं तेनों काम सिखा देंगा, वड्डा होएगा, हथ सौखा तो अपना काम खोल लई, नाले तनख्वाह दे दे, खर्चा घर का चली जाएगा। वो मन गया। जदों उन्होंने परख करनी आ गई, उन्हें उस बच्चे को क्या कहता, वो पोटरी लिया जिहड़ी तू घर में रखी सी ना, जिन्होंने वेचण आया सा, हुण सही मौका है, रेट वधिया मिल सकदा। वो लियाया, कहण लगे इनू परख भी तू ही, ते नाल नाल इहदा तोल करके ते लिखी जा, किन्ने बनते ने, किन्ने तोलदे बनते ने, किन्ना मार्केट रेट बनदा। कमाल की गल ये सी, उन्हें सारे परखे ते चुक के थैली उन्हें एक पासे रख दी। कहण लग्या ये तो सारे नकली ने, तुसीं मैनूं उदण क्यों ना दस्सिया? कहण लग्या पुत्तर मैं उदण भी जानदा सा नकली ने, तू नहीं सा जानदा, तू तो इन्हां नूं असली समझ के साम साम रखदा रहा। मैं कह दिंदा एकदम ये नकली ने, तेरे दिल ते गुजरनी सी, मेरा बाप सिर ते नहीं रहा तो मेरे नाल धोखे करदा है, मेरा माल हड़पना चाहुंदा है। नकली सन, तेरे बाप ने तो वैसे किते रख ले होणगे, नकली ने की करने ने, घर च पईयां रहिंदियां ने चीज़ां। मैं जानदा सा नकली ने, पर तेरी अख इन्हां नूं परखण दी ताकत नहीं सी रखदी। हुण तैनूं परखण दी जाच आई ते तेरा भरम दूर हो। ये भरम तेरी अख ही दूर कर सकदी सी, मैं नहीं सा दूर कर सकदा। मैं लख यतन करदा, सारी उम्र तेरे मन च संसा बनिया रहना सी, खौरे किते एक अद्धा तो असली होएगा ही ना उहदे च। चलो मान लिया 10 नकली ने, हो सकदा एक असली होवे, मन्निया 15 नकली ने, हो सकदा एक असली होवे। तेरे मन चो ये डाउट, ये भुलेखा, ये संसा जाना ही नहीं सी। हुण तू अपनी बुद्धि ते अपनी अख नाल खुद परख लिया, हुण तैनूं संसा कोई नहीं, हुण तैनूं संसा कोई नहीं। गुरु की सोबत सानू इहो जिहा पारखू बनाउंदी भी असीं खुद अपने जीवन नूं परख लईए। किसी दे आखिया जी कौन मंनदा है? कोई सानू परखे असीं इजाजत दिंदे ही नहीं। साडी होमै कहंदी तू वड्डा सियाणा, पर गुरु कहंदा मैं तैनूं ये जाच सिखा देनी भी तू खुद ही अपना लेखा करना शुरू कर दे। गल तू धर्मराज ते ना छड्डी, चित्रगुप्त ते ना छड्डी, तू खुद ही अपना लेखा कर। जोई जोई जोरियो सोई सोई फाटियो, झूठा बन जो ठही गई हटियो। जिहड़ी झूठ की दुकान मैं खोली सी हुण बंद करनी। आख्या भी ये मैं की कर रहा, काहदे सौदे इकट्ठे कर रहा, कचरा इकट्ठा कीता है, नकल इकट्ठी की है, जहर इकट्ठा किया, हुण सारा कुछ छड़ दिता। फिर आखते थे कहो रविदास भयो जब लेखो, जोई जोई कीनो सोई सोई देखियो। हे रविदास आख, हुण जदों मैं खुद अपने कर्मां दा लेखा किया, सत संगत च बह के कंपेयर किया मैं परमेश्वर के गुणां नाल, गुरु के उपदेश राहीं अपने आप नूं, जोई जोई कीनो सोई सोई देख। जो जो मैं कीता, जो जो मैं हाँ, उन्होंने मैं खुद वेख लिया भी मैं की हाँ। सह मेर कर्म, सत संगत का ये असर, सत संगत का ये तत् भाव, इस शब्द का यह उपदेश साडे सबना दे मन हिरदे विच वसे। गरीब नवाज सच्चे पातशाह होईयां भुलां चुकां दी खिमा बख्शण। आप सबना का बहुत बहुत धन्नवाद। अदब सैद गुरु फतेह नाल सांझ बनाओ। वाहिगुरू जी का खालसा, वाहिगुरू जी की फतेह।